ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਵਡਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ। ਕਈ ਕੋਟ ਪਾਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂਮੰਡਲ। ਕਈ ਕੋਟ ਸਸਿਅਰ ਸੂਰ ਨਖੱਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮਗਰੀ ਆਪਣੈ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਸਗਲ ਸਮਗਰੀ ਆਪਣੈ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਣੀ ਸਾਹਿਬ ਦੇ ਅੰਦਰ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਮਝਾ ਰਹੇ ਹਨ ਕਿ ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਕਈ ਕਰੋੜਾਂ ਸਿੱਧ ਜਤੀ ਤੇ ਜੋਗੀ ਹੋਏ ਹਨ। ਕੋਈ ਉਹਨਾਂ ਸਿੱਧਾਂ ਦੀ ਜਤੀਆਂ ਦੀ ਜੋਗੀਆਂ ਦੀ ਗਿਣਤੀ ਨਹੀਂ, ਕਈ ਕਰੋੜਾਂ ਹੋਏ ਹਨ। ਕਈ ਕੋਟ ਰਾਜੇ ਰਸ ਭੋਗੀ, ਕਈ ਕਰੋੜਾਂ ਰਾਜੇ ਲੋਕ ਭੋਗੀ ਹੋ ਕੇ ਰਸਾਂ ਨੂੰ ਭੋਗਣਾ ਕਰਦੇ ਹਨ, ਰਸਾਂ ਦੇ ਵਿੱਚ ਪਏ ਹੋਏ ਹਨ। ਕਈ ਕੋਟ ਪੰਖੀ ਸਰਪ ਉਪਾਏ,
ਕਿ ਕਈ ਕਰੋੜਾਂ ਪੰਖੀ ਪੰਛੀਆਂ ਦੀਆਂ ਜਾਤੀਆਂ ਸਰਪ ਸੱਪ ਆਦਿਕ ਪੈਦਾ ਕੀਤੇ ਹਨ ਉਸ ਪਰਮੇਸ਼ਰ ਨੇ। ਕਈ ਕੋਟ ਪਾਥਰ ਬਿਰਖ ਨਿਪਜਾਏ, ਕਿ ਕਈ ਕਰੋੜਾਂ ਪੱਥਰ ਭਾਵ ਪੱਥਰਾਂ ਦੀਆਂ ਬ੍ਰਿਸ਼ਾਂ ਦੀਆਂ ਦਰਖਤਾਂ ਦੀਆਂ ਜੂਨਾਂ ਵਿੱਚ ਨਿਪਜਾਏ ਪੈਦਾ ਕੀਤੇ ਹਨ। ਕਈ ਕੋਟ ਪਾਵਨ ਪਾਣੀ ਬੈਸੰਤਰ, ਕਈ ਕਰੋੜਾਂ ਪਾਵਨ ਪੌਣ ਪਾਣੀ ਹਵਾ ਤੇ ਬਸੰਤਰ ਅਗਨੀ ਆਦਿਕ ਵਰਗੇ ਉਸ ਪਰਮੇਸ਼ਰ ਨੇ ਪਦਾਰਥ ਪੈਦਾ ਕੀਤੇ ਹਨ। ਜੋ ਪੌਣ ਹਵਾ ਹੈ ਇਹ ਵੀ ਸਰੀਰ ਵਾਸਤੇ ਇੱਕ ਪਦਾਰਥ ਹੈ। ਪਾਣੀ ਜੋ ਜਲ ਹੈ ਇਹ ਵੀ ਸਰੀਰ ਵਾਸਤੇ ਇੱਕ ਪਦਾਰਥ ਹੈ ਜਿਸ ਦੇ ਨਾਲ ਇਹ ਸਰੀਰ ਜਿਉਂਦਾ ਰਹਿ ਸਕਦਾ ਹੈ। ਬੈਸੰਤਰ ਹੁੰਦਾ ਅਗਨੀ, ਅਗਨੀ ਵੀ ਇੱਕ ਪਦਾਰਥ ਗਿਣਿਆ ਹੋਇਆ ਜਿਸ ਦੇ ਨਾਲ ਸਰੀਰ ਨੂੰ ਸਹਾਇਤਾ ਮਿਲਦੀ ਹੈ, ਖਾਣਾ ਪਕਾਉਂਦਾ ਹੈ, ਪਕਾ ਕੇ ਛਕਦਾ ਹੈ। ਕਿ ਇਹ ਜਿਹੜੇ ਪਦਾਰਥ ਨੇ ਇਹ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ। ਕਈ ਕੋਟ ਦੇਸ਼ ਭੂ ਮੰਡਲ, ਕਿ ਕਈ ਕਰੋੜਾਂ ਦੇਸ਼ ਤੇ ਭੂ ਹੁੰਦਾ ਪ੍ਰਿਥਵੀ ਧਰਤੀ ਦੇ ਮੰਡਲ ਗੋਲਾਕਾਰ ਇਲਾਕੇ ਹਨ। ਕਿ ਧਰਤੀ ਵੀ ਬਹੁਤ ਵੱਡੀ ਹੈ, ਕਿ ਗੋਲਾਕਾਰ ਹੈ, ਗੋਲ ਗੇਂਦ ਦੀ ਤਰ੍ਹਾਂ ਗੋਲ ਹੈ। ਕਿ ਇਹ ਪਰਮੇਸ਼ਰ ਨੇ ਪੈਦਾ ਕੀਤੇ ਹਨ। ਤੇ ਜਿਹੜੇ ਕਰੋੜਾਂ ਦੇਸ਼ ਹਨ ਤੇ ਕਰੋੜਾਂ ਹੀ ਧਰਤੀਆਂ ਹਨ, ਇਹ ਪਰਮੇਸ਼ਰ ਨੇ ਪੈਦਾ ਕੀਤੇ ਹੋਏ ਹਨ। ਕਈ ਕੋਟ ਸਸਿਅਰ ਸੂਰ ਨਖੱਤਰ, ਕਈ ਕਰੋੜਾਂ ਸਸਿਅਰ ਚੰਦਰਮਾ, ਸੂਰ ਸੂਰਜ ਅਤੇ ਨਖੱਤਰ ਤਾਰੇ। ਆਪਾਂ ਇੱਕ ਸੂਰਜ ਇੱਕ ਚੰਦਰਮਾ ਮੰਨਦੇ ਹਾਂ। ਕਿ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਈ ਕੋਟ ਸਸਿਅਰ ਸੂਰ ਨਖੱਤਰ, ਕਿ ਕਈ ਕਰੋੜਾਂ ਸਸਿਅਰ ਚੰਦਰਮਾ ਤੇ ਸੂਰ ਸੂਰਜ ਤੇ ਨਖੱਤਰ ਤਾਰੇ ਹਨ। ਇਹ ਵੀ ਬਹੁਤ ਗਿਣਤੀ ਤੋਂ ਬਾਹਰ ਹਨ। ਜੈਸਾ ਕਿ ਕੀਤੇ ਇੰਦ ਚੰਦ ਸੂਰ ਕੀਤੇ ਮੰਡਲ ਦੇਸ਼, ਕਿੰਨੇ ਹੀ ਇੰਦਰ ਕਿੰਨੇ ਹੀ ਇਹ ਚੰਦ ਸੂਰਜ ਹਨ, ਕਿੰਨੇ ਹੀ ਮੰਡਲ ਦੇਸ਼, ਕਿੰਨੀਆਂ ਹੀ ਧਰਤੀਆਂ ਹਨ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ, ਕਿ ਕਈ ਕਰੋੜਾਂ ਦੇਵ ਦੇਵਤੇ ਦਾਨਵ ਦੈਂਤ ਬਣਾਏ ਹਨ ਉਸ ਪਰਮੇਸ਼ਰ ਨੇ। ਭਾਵ ਬ੍ਰਹਮਾ ਦੇ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਦੇਵਤਾ ਪੈਦਾ ਕੀਤੇ। ਦਾਨਵ ਦਨਜ ਦੀ ਪੁੱਤਰੀ ਤੋਂ 45 ਪਦਮ ਪੈਦਾ ਹੋਏ ਹਨ। ਸਿਰ ਤੇ ਇੰਦਰ ਦੇ ਛੱਤਰ ਵਾਲੇ ਸਵਰਗ ਦੇ ਕਰੋੜਾਂ ਰਾਜੇ ਪੈਦਾ ਹੋਏ ਹਨ। ਸਗਲ ਸਮਗਰੀ ਆਪਣੇ ਸੂਤ ਧਾਰੈ, ਸਗਲ ਸਾਰੇ ਸਮਗਰੀ ਪਦਾਰਥਾਂ ਦਾ ਸਮੁਦਾਇ ਇਕੱਠ ਆਪਣੀ ਚੇਤਨ ਸਤਾ ਰੂਪੀ ਸ੍ਰਿਸ਼ਟੀ ਰੂਪੀ ਹੁਕਮ ਦੇ ਵਿੱਚ ਧਾਰਨਾ ਕੀਤੇ ਹੋਏ ਹਨ। ਸਗਲ ਸਮਗਰੀ ਆਪਣੇ ਸੂਤਰ ਧਾਰੈ, ਕਿ ਸਾਰੇ ਪਦਾਰਥਾਂ ਦਾ ਸਮੁਦਾਇ ਇਕੱਠ ਆਪਣੀ ਚੇਤਨ ਸਤਾ ਰੂਪੀ ਧਾਗੇ ਦੇ ਵਿੱਚ ਧਾਰਨ ਕੀਤੇ ਹੋਏ ਹਨ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਸ ਜਿਸ ਜਿਨ੍ਹਾਂ ਦੀ ਕਰਨੀ ਕਮਾਈ ਤੇ ਭਾਵਨਾ ਪਰਮੇਸ਼ਰ ਨੂੰ ਭਾ ਜਾਂਦੀ ਹੈ, ਚੰਗੀ ਲੱਗਦੀ ਹੈ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਜਿਸ ਦੀ ਜਿਨ੍ਹਾਂ ਦੀ ਕਰਨੀ ਕਮਾਈ ਤੇ ਭਾਵਨਾ ਤੇ ਪਰਮੇਸ਼ਰ ਭਾ ਜਾਂਦੇ ਹਨ, ਉਹਨਾਂ ਦੀ ਕਮਾਈ ਚੰਗੀ ਲੱਗਦੀ ਹੈ। ਤਿਸ ਤਿਸ ਨਿਸਤਾਰੈ, ਉਸ ਨੂੰ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਨਿਸਤਾਰੈ, ਤਾਰਦਾ ਹੈ। ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ। ਕਈ ਕੋਟ ਰਾਜਸ ਤਾਮਸ ਸਾਤਕ, ਕਈ ਕਰੋੜਾਂ ਰਾਜਸ ਰਜੋ ਗੁਣੀ, ਤਾਮਸ ਤਮੋ ਗੁਣੀ ਤੇ ਸਾਤਕ ਸਤੋ ਗੁਣੀ ਹੋਏ ਹਨ।
4 ਵੇਦ 18 ਪੁਰਾਣ 27 ਸਿਮਰਤੀਆਂ ਅਤੇ 6 ਸ਼ਾਸਤਰ ਆਦਿਕ ਕਈ ਕਰੋੜਾਂ ਦੀ ਗਿਣਤੀ ਵਿੱਚ ਹਨ। ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸ਼ਾਸਤ ਕਿ ਕਈ ਕਰੋੜਾਂ ਵੇਦ ਪੁਰਾਣ ਸਿਮਰਤੀਆਂ ਤੇ ਸ਼ਾਸਤਰ ਤ੍ਰੈ ਗੁਣਾ ਤੇ ਤ੍ਰੈ ਗੁਣਾ ਦੀ ਅਤੀਤਤਾਈ ਨੂੰ ਨਿਰੂਪਣ ਕਰਨ ਵਾਲੇ ਗ੍ਰੰਥ ਹਨ। ਕਈ ਕੋਟ ਕੀਏ ਰਤਨ ਸਮੁੰਦ, ਕਈ ਕਰੋੜਾਂ ਰਤਨ ਅਤੇ ਸਮੁੰਦਰ ਬਣਾਉਣਾ ਕੀਤੇ ਹਨ ਪਰਮੇਸ਼ਰ ਨੇ। ਕਈ ਕਰੋੜ ਰਤਨ ਸਮੁੰਦਰ ਵਿੱਚ ਬਣਾਉਣਾ ਕੀਤੇ ਹਨ। ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕਰੋੜਾਂ ਅਨੇਕ ਤਰ੍ਹਾਂ ਦੇ ਜੀਵ ਰਚਨਾ ਕੀਤੇ ਹਨ। ਅਨੇਕਾਂ ਸੁਭਾਵਾਂ ਵਾਲੇ ਕਰੋੜਾਂ ਜੀਵ ਪੈਦਾ ਕੀਤੇ ਹਨ, ਜਿਨ੍ਹਾਂ ਦੇ ਵੱਖਰੋ ਵੱਖਰੀ ਸੁਭਾਅ ਹਨ। ਪਰਮੇਸ਼ਰ ਨੇ ਉਹ ਕਰੋੜਾਂ ਜੀਵ ਪੈਦਾ ਕੀਤੇ ਹਨ। ਕਈ ਕੋਟ ਕੀਏ ਚਿਰ ਜੀਵੇ, ਕਈ ਕਰੋੜਾਂ ਉਸ ਵਾਹਿਗੁਰੂ ਨੇ ਕਾਕਸ ਸੁੰਡ ਲੋਸ ਆਦਮ ਚਿਰ ਜੀਵੇ ਚਿਰ ਪ੍ਰਤੰਗ ਜੀਵਨ ਵਾਲੇ ਭਾਵ ਚਿਰੰਜੀਵੀ ਪੈਦਾ ਕੀਤੇ ਹੋਏ ਹਨ। ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਿ ਕਈ ਕਰੋੜਾਂ ਗਿਰੀ ਹੁੰਦਾ ਪਹਾੜ ਤੇ ਪਹਾੜਾਂ ਦੇ ਸ਼੍ਰੋਮਣੀ ਸੋਨੇ ਦੇ ਪਰਬਤ ਪੈਦਾ ਕੀਤੇ ਹਨ। ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਕਈ ਕਰੋੜਾਂ ਜਖ ਕਿੰਨਰ ਤੇ ਪਿਸਾਚ ਰਚਨਾ ਕੀਤੇ ਹਨ ਕਿ ਜਖ ਦੇਵਤਿਆਂ ਦੀ ਜਾਤੀ ਹੈ। ਸਰੀਰ ਤੇ ਜਾਤ ਰਿਛਾ ਵਾਂਗ ਹੁੰਦੀ ਹੈ ਤੇ ਕਿੰਨਰ ਕਿੰਚਿਤ ਮਾਤਰ ਆਦਮੀ ਆਕਾਰ, ਕਿੰਚਿਤ ਮਾਤਰ ਘੋੜੇ ਦਾ ਆਕਾਰ। ਇਹ ਪੁਲਸਤ ਰਿਸ਼ੀ ਦੀ ਔਲਾਦ ਹੈ। ਮੁਸਲਮਾਨਾਂ ਦੇ ਮਤ ਵਿੱਚ ਥੱਲਿਓਂ ਘੋੜੇ ਦਾ ਆਕਾਰ ਮੰਨਿਆ ਹੈ ਤੇ ਛਾਤੀ ਤੋਂ ਮਨੁੱਖ ਦਾ ਆਕਾਰ ਮੰਨਿਆ ਹੈ। ਇਹ ਤਸਵੀਰਾਂ ਵਿੱਚ ਛਪਿਆ ਹੈ। ਹਿੰਦੂ ਮਤ ਵਿੱਚ ਮੂੰਹ ਘੋੜੇ ਦਾ, ਬਾਕੀ ਸਰੀਰ ਮੁੱਖ ਦਾ। ਉਹ ਕਿੰਨਰ ਹੁੰਦੇ ਹਨ। ਪਿਸਾਚ ਜੋ ਪਿਸਤ ਮਾਸ ਨੂੰ ਖਾਂਦਾ ਹੈ, ਭਾਵ ਮਾਸ ਖਾਣੇ ਲੋਕ। ਪਿਚਾਸ ਅਨੇਕਾਂ ਜੂਨਾਂ ਵੀ ਹਨ। ਪਿਸਾਚ ਭੂਤਾਂ ਦੀ ਇੱਕ ਜੂਨ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਕਿ ਕਈ ਕਰੋੜ ਭੂਤ ਪ੍ਰੇਤ ਸੂਕਰ ਸੂਰ ਤੇ ਮਿਰਗਾਚ ਮਿਰਗਾਂ ਆਦਿਕ ਨੂੰ ਖਾਣ ਵਾਲੇ ਸ਼ੇਰ ਆਦਿਕ ਬਣਾਉਣਾ ਕੀਤੇ ਹਨ। ਸਭ ਤੇ ਨੇੜੈ ਸਭ ਹੂੰ ਤੇ ਦੂਰ, ਸਭ ਸਾਰਿਆਂ ਤੋਂ ਵਾਹਿਗੁਰੂ ਆਤਮ ਰੂਪ ਕਰਕੇ ਨੇੜੇ ਹੈ। ਸਭ ਤੋਂ ਨੇੜੇ ਕੀ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਹੈ। ਸਭ ਹੂੰ ਤੇ ਦੂਰ ਤੇ ਸਭ ਹੂੰ ਸਾਰਿਆਂ ਤੋਂ ਪਾਪ ਪੁੰਨ ਕਰਕੇ ਦੂਰ ਹੈ। ਸਾਰਿਆਂ ਗੁਰਮੁਖਾਂ ਦੇ ਨੇੜੇ ਹੈ ਅਤੇ ਸਾਰਿਆਂ ਮਨਮੁਖਾਂ ਤੋਂ ਦੂਰ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹਰੀ ਵਾਹਿਗੁਰੂ ਆਪ ਅਲਿਪਤ ਨਿਰਲੇਪ ਹੈ। ਉਂਝ ਸਾਰੇ ਥਾਵਾਂ 'ਤੇ ਵਿਆਪਕ ਹੋ ਰਿਹਾ ਹੈ, ਪਰ ਸਭ ਦੇ ਅੰਦਰ ਭਰਪੂਰ ਹੋਇਆ ਹੈ, ਲਵਾ ਲਵ ਭਰਿਆ ਹੋਇਆ ਹੈ। ਕਈ ਕੋਟ ਪਾਤਾਲ ਕੇ ਵਾਸੀ, ਕਈ ਕਰੋੜਾਂ ਜੀਵ ਪਾਤਾਲ ਪ੍ਰਿਥਵੀ ਦੇ ਹੇਠਾਂ ਵਸਨੀਕ ਹਨ, ਬਸ ਰਹੇ ਹਨ। ਕਈ ਕੋਟ ਨਰਕ ਸੁਰਗ ਨਿਵਾਸੀ ਕਿ ਕਈ ਕਰੋੜਾਂ ਜੀਵ ਨਰਕਾਂ ਵਿੱਚ ਤੇ ਕਈ ਸੁਰਗਾਂ ਵਿੱਚ ਵਾਸਾ ਕਰ ਰਹੇ ਹਨ, ਵਸਣ ਵਾਲੇ ਹਨ। ਕਈ ਕੋਟ ਜਨਮ ਹੈ ਜੀਵ ਹੈ ਮਰੇ, ਕਈ ਕਰੋੜਾਂ ਜਨਮ ਧਾਰਦੇ ਹਨ। ਕਈ ਕਰੋੜਾਂ ਜੀਵੇ ਜਿਉਂਦੇ ਹਨ। ਕਈ ਕੋਟ ਬਹੁ ਜੋਨੀ ਫਿਰਹਿ ਕਿ ਕਈ ਕਰੋੜਾਂ ਮਰਦੇ ਹਨ। ਕਈ ਕਰੋੜਾਂ ਬਹੁਤ ਜੂਨੀਆਂ ਵਿੱਚ ਭਟਕਦੇ ਫਿਰਦੇ ਹਨ। ਕਈ ਕੋਟ ਬੈਠਤ ਹੀ ਖਾਹੇ, ਕਰੋੜਾਂ ਆਰਾਮ ਨਾਲ ਬੈਠੇ ਹੀ ਖਾਂਦੇ ਹਨ।
ਕਈ ਕੋਟ ਘੱਲ ਹੀ ਥੱਕ ਪਾਹੇ, ਕਈ ਕਰੋੜਾਂ ਕਮਾਈਆਂ ਕਰਦੇ ਥੱਕ ਪੈਂਦੇ ਹਨ। ਕਈ ਕੋਟ ਬੈਠਤ ਹੀ ਖਾਹੇ, ਕਿ ਕਈ ਕੋਟ ਕਰੋੜਾਂ ਆਰਾਮ ਦੇ ਨਾਲ ਬੈਠੇ ਹੀ ਖਾਈ ਜਾਂਦੇ ਹਨ। ਕਈ ਕੋਟ ਘੱਲ ਹੀ ਥੱਕ ਪਾਹੇ, ਕਈ ਕਰੋੜਾਂ ਜੀਵ ਕਮਾਈਆਂ ਕਰਦੇ ਹੀ ਥੱਕ ਜਾਂਦੇ ਹਨ। ਕਈ ਕੋਟ ਕੀਏ ਧਨਵੰਤ, ਕਈ ਕਰੋੜਾਂ ਪਦਾਰਥਾਂ ਦੇ ਧਨ ਵਾਲੇ ਧਨਵੰਤ ਧਨਾੜ ਬਣਾਉਣਾ ਕੀਤੇ ਹਨ ਪਰਮੇਸ਼ਰ ਨੇ। ਕਈ ਕੋਟ ਮਾਇਆ ਮੈਂ ਚਿੰਤ, ਕਈ ਕਰੋੜਾਂ ਮਾਇਆ ਦੀ ਚਿੰਤ, ਮਾਇਆ ਦੀ ਸੋਚ ਵਿੱਚ ਪਏ ਰਹਿੰਦੇ ਹਨ। ਕਈ ਕਰੋੜਾਂ ਜੀਵ ਮਾਇਆ ਦੀ ਸੋਚ ਦੇ ਵਿੱਚ ਪਏ ਰਹਿੰਦੇ ਹਨ ਕਿ ਕਿਵੇਂ ਪਦਾਰਥ ਆਵੇਗਾ ਅਤੇ ਕਿਵੇਂ ਗਰੀਬੀ ਕਰਕੇ ਕਿਵੇਂ ਗੁਜ਼ਾਰਾ ਹੋਏਗਾ। ਇਹੋ ਜਿਹੇ ਕਰੋੜਾਂ ਹੀ ਜੀਵ ਹਨ ਜਿਹੜੇ ਇਸ ਮਾਇਆ ਦੀ ਚਿੰਤਾ ਦੇ ਵਿੱਚ ਪਏ ਰਹਿੰਦੇ ਹਨ। ਜਹ ਜਹ ਭਾਣਾ ਤਹ ਤਹ ਰਾਖੇ, ਜਹ ਜਹ ਜਿੱਥੇ ਜਿੱਥੇ ਵਾਹਿਗੁਰੂ ਦਾ ਭਾਣਾ ਹੈ, ਵਾਹਿਗੁਰੂ ਦਾ ਹੁਕਮ ਹੈ, ਤਹ ਤਹ ਰਾਖੇ, ਤਹ ਤਹ ਉੱਥੇ ਉੱਥੇ ਜੀਵਾਂ ਨੂੰ ਉਹ ਪਰਮੇਸ਼ਰ ਰੱਖਦਾ ਹੈ। ਨਾਨਕ ਸਭ ਕਿਸ ਪ੍ਰਭ ਕੈ ਹਾਥੇ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਰਾ ਕੁਝ ਉਸ ਪ੍ਰਭੂ ਵਾਹਿਗੁਰੂ ਹਰੀ ਪਰਮੇਸ਼ਰ ਦੇ ਹੱਥ ਵਿੱਚ ਹੈ। ਕਿਸੇ ਨੂੰ ਹੁਕਮ ਮੰਨਣ ਦਾ ਬਲ ਆ ਜਾਂਦਾ ਹੈ, ਤਾਕਤ ਆ ਜਾਂਦੀ ਹੈ, ਅਤੇ ਜਿੱਥੇ ਜਿੱਥੇ ਪਰਮੇਸ਼ਰ ਜੀਵਾਂ ਨੂੰ ਰੱਖਦਾ ਹੈ ਉੱਥੇ ਉੱਥੇ ਜੀਵ ਰਹਿੰਦੇ ਹਨ। ਕਈ ਕੋਟ ਭਏ ਬੈਰਾਗੀ, ਕਈ ਕਰੋੜਾਂ ਜੀਵ ਇਸ ਦੁਨੀਆ ਤੋਂ ਬੈਰਾਗੀ ਬੈਰਾਗਵਾਨ ਹੋ ਗਏ ਹਨ। ਭਾਵ ਉਹਨਾਂ ਨੇ ਘਰ-ਬਾਰ ਛੱਡ ਕੇ ਬੈਰਾਗ ਧਾਰ ਲਿਆ ਹੈ। ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਿ ਕਈ ਕਰੋੜਾਂ ਦਾ ਪਦਾਰਥਾਂ ਤੋਂ ਮਨ ਉਪਰਾਮ ਹੋ ਗਿਆ ਹੈ। ਭਾਵ ਪਦਾਰਥਾਂ ਵਿੱਚ ਰਹਿੰਦੇ ਬੈਰਾਗੀ ਹੋ ਜਾਂਦੇ ਹਨ। ਪਰਮੇਸ਼ਰ ਦੇ ਨਾਮ ਨਾਲ ਉਹਨਾਂ ਪੁਰਖਾਂ ਦੀ ਬਿਰਤੀ ਲੱਗੀ ਹੋਈ ਹੈ ਜਿਹੜੇ ਇਹ ਦੁਨੀਆ ਦੇ ਪਦਾਰਥਾਂ ਤੋਂ ਉਪਰਾਮ ਹੋਏ ਹਨ। ਕਈ ਕੋਟ ਪ੍ਰਭ ਕੋ ਖੋ ਜਾਂਤੇ, ਕਈ ਕਰੋੜਾਂ ਪਿਆਰੇ ਹਰੀ ਵਾਹਿਗੁਰੂ ਨੂੰ ਖੋ ਜਾਂਤੇ, ਖੋਜਣ ਵਾਲੇ ਹੋਏ ਹਨ, ਪਰਮੇਸ਼ਰ ਨੂੰ ਹੀ ਲੱਭਦੇ ਰਹਿੰਦੇ ਹਨ। ਆਤਮ ਮੈਂ ਪਾਰ ਬ੍ਰਹਮ ਲਹੰਤੇ, ਜੋ ਉਸ ਪਾਰ ਬ੍ਰਹਮ ਪਰਮਾਤਮਾ ਨੂੰ ਜੀਵ ਆਤਮਾ ਦੇ ਵਿੱਚੋਂ ਲੱਭ ਲੈਂਦੇ ਹਨ। ਕਈ ਕੋਟ ਪ੍ਰਭ ਕੋ ਖੋ ਜਾਂਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਿ ਕਈ ਕਰੋੜਾਂ ਪਿਆਰੇ ਹਰੀ ਵਾਹਿਗੁਰੂ ਨੂੰ ਖੋਜਣ ਵਾਲੇ ਹਨ, ਜੋ ਉਸ ਪਰਮਾਤਮਾ ਨੂੰ ਜੀਵ ਆਤਮਾ ਦੇ ਵਿੱਚੋਂ ਲੱਭ ਲੈਂਦੇ ਹਨ ਕਿ ਆਤਮਾ ਦੇ ਨਾਲ ਹੀ ਪਰਮਾਤਮਾ ਵਸ ਰਿਹਾ ਹੈ। ਉਸ ਆਤਮਾ ਦੇ ਵਿੱਚੋਂ ਹੀ ਪਰਮੇਸ਼ਰ ਨੂੰ ਲੱਭ ਲੈਂਦੇ ਹਨ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਕਈ ਕਰੋੜਾਂ ਪ੍ਰੇਮੀ ਜਨਾਂ ਨੂੰ ਹਰੀ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਤੇ ਲੱਗੀ ਹੋਈ ਹੈ। ਤਿੰਨ ਕੋ ਮਿਲਿਓ ਪ੍ਰਭ ਅਵਨਾਸ, ਕਿ ਜਿਨ੍ਹਾਂ ਨੂੰ ਪਰਮੇਸ਼ਰ ਦੇ ਦਰਸ਼ਨਾਂ ਦੀ ਤੇ ਲੱਗੀ ਹੋਈ ਹੈ ਉਹਨਾਂ ਨੂੰ ਅਵਨਾਸ਼ ਨਾਸ਼ ਤੋਂ ਰਹਿਤ ਹਰੀ ਵਾਹਿਗੁਰੂ ਆਪ ਆ ਕੇ ਮਿਲਿਆ ਹੈ। ਕਈ ਕੋਟ ਮੰਗਹਿ ਸਤ ਸੰਗ, ਕਈ ਕਰੋੜਾਂ ਸਤ ਸੰਗਤ ਹੀ ਮੰਗਦੇ ਹਨ ਕਿ ਸਤ ਸੰਗਤ ਹੁੰਦੀ ਰਹੇ, ਕਿਉਂਕਿ ਪਾਰ ਬ੍ਰਹਮ ਤਿਨ ਲਾਗਾ ਰੰਗ, ਕਿਉਂਕਿ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰੇਮ ਲੱਗਿਆ ਰਹਿੰਦਾ ਹੈ, ਰੰਗ ਲੱਗਿਆ ਰਹਿੰਦਾ ਹੈ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਜਿਨ੍ਹਾਂ ਉੱਤੇ ਆਪ ਪਰਮੇਸ਼ਰ ਭਲੀ ਪ੍ਰਕਾਰ ਪ੍ਰਸੰਨ ਹੋਇਆ ਹੈ, ਖੁਸ਼ ਹੋਇਆ ਹੈ। ਨਾਨਕ ਤੇ ਜਨ ਸਦਾ ਧਨ ਧਨ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਜਨ ਉਹ ਪੁਰਖ ਹਮੇਸ਼ਾ ਧਨ ਧਨ ਹੋ ਗਏ ਹਨ, ਸਦਾ ਹੀ ਧਨਤਾ ਯੋਗ ਹਨ। ਉਹਨਾਂ ਦੇ ਮਾਤਾ ਪਿਤਾ ਧਨਤਾ ਦੇ ਯੋਗ ਹਨ ਅਤੇ ਉਹਨਾਂ ਦਾ ਜੀਵਨ ਵੀ ਧਨਤਾ ਦੇ ਯੋਗ ਹੈ। ਜਿਨ੍ਹਾਂ ਉੱਤੇ ਆਪ ਪਰਮੇਸ਼ਰ
ਭਲੀ ਪ੍ਰਕਾਰ ਪ੍ਰਸੰਨ ਹੋਇਆ ਹੈ, ਖੁਸ਼ ਹੋਇਆ ਹੈ। ਕਈ ਕੋਟ ਖਾਣੀ ਅਰਖੰਡ, ਕਈ ਕਰੋੜਾਂ ਖਾਣੀਆਂ ਤੇ ਕਈ ਕਰੋੜ ਖੰਡ ਹਨ। ਸਿਰਫ 9 ਖੰਡ ਨਹੀਂ, ਕਰੋੜਾਂ ਹੀ ਖੰਡ ਹਨ। ਕਈ ਕਰੋੜਾਂ ਆਕਾਰ ਤੇ ਬ੍ਰਹਿਮੰਡ ਹਨ। ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕਰੋੜਾਂ ਆਕਾਸ਼ ਵਿੱਚ ਤੇ ਬ੍ਰਹਿਮੰਡਾਂ ਵਿੱਚ ਵਿਚਰਨ ਵਾਲੇ ਲੋਕ ਹਨ। ਕਈ ਕੋਟ ਹੋਏ ਅਵਤਾਰ, ਕਈ ਕਰੋੜਾਂ ਅਵਤਾਰ ਹੋਏ ਹਨ। ਕਈ ਤਰੀਕਿਆਂ ਨਾਲ ਸੰਸਾਰ ਦਾ ਵਿਸਥਾਰ, ਸੰਸਾਰ ਦਾ ਫੈਲਾਅ ਕੀਤਾ ਹੈ। ਕਈ ਜੁਗਤ ਕੀਨੋ ਵਿਸਥਾਰ ਕਿ ਕਈ ਵਾਰ 3 ਤੱਤਾਂ ਨਾਲ, ਕਈ ਵਾਰ 4 ਤੱਤਾਂ ਨਾਲ ਤੇ ਕਈ ਵਾਰ 5 ਤੱਤਾਂ ਨਾਲ ਸੰਸਾਰ ਦਾ ਵਿਸਥਾਰ, ਸੰਸਾਰ ਦਾ ਫੈਲਾਵਟ ਕਰਨਾ ਕੀਤਾ ਹੈ, ਸੰਸਾਰ ਨੂੰ ਪੈਦਾ ਕੀਤਾ ਕਰਨਾ ਹੈ। ਕਈ ਵਾਰ ਪਸਰੋ ਪਸਾਰ, ਪਰਮੇਸ਼ਰ ਨੇ ਕਈ ਵਾਰ ਇਸ ਸੰਸਾਰ ਦੇ ਪਸਾਰੇ ਨੂੰ ਪਸਾਰਨਾ ਕੀਤਾ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਕਈ ਵਾਰ ਪਸਰੋ ਪਸਾਰ ਸਦਾ ਸਦਾ ਇੱਕ ਏਕੰਕਾਰ, ਕਿ ਪਰਮੇਸ਼ਰ ਨੇ ਕਈ ਵਾਰ ਇਸ ਸੰਸਾਰ ਦੇ ਪਸਾਰੇ ਨੂੰ ਪਸਾਰਨਾ ਕੀਤਾ ਹੈ। ਸਦਾ ਸਦਾ ਇੱਕ ਏਕੰਕਾਰ, ਸਦਾ ਸਦਾ ਹਮੇਸ਼ਾ ਹਮੇਸ਼ਾ ਵਾਸਤੇ ਇੱਕ ਏਕੰਕਾਰ ਓੰਕਾਰ ਵਾਹਿਗੁਰੂ ਪਰਮੇਸ਼ਰ ਦੀ ਸਥਿਤੀ ਰਹਿਣ ਵਾਲਾ ਹੈ। ਹੋਰ ਕੋਈ ਆਸਥਿਰ ਰਹਿਣ ਵਾਲਾ ਨਹੀਂ, ਉਹ ਪਰਮੇਸ਼ਰ ਹੀ ਸਦਾ ਰਹਿਣ ਵਾਲਾ ਹੈ। ਕਈ ਕੋਟ ਕੀਨੇ ਬਹੁ ਭਾਂਤ, ਕਈ ਕਰੋੜਾਂ ਜੀਵ ਵਾਹਿਗੁਰੂ ਨੇ ਬਹੁਤ ਤਰੀਕਿਆਂ ਨਾਲ ਰਚਨਾ ਕੀਤੇ ਹਨ। ਕਈ ਕੋਟ ਕੀਨੇ ਬਹੁ ਭਾਂਤ, ਕਈ ਕਰੋੜਾਂ ਜੀਵ ਹਰੀ ਵਾਹਿਗੁਰੂ ਪਰਮੇਸ਼ਰ ਨੇ ਬਹੁਤ ਤਰੀਕਿਆਂ ਨਾਲ ਰਚਨਾ ਕੀਤੇ ਹਨ। ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਕਿ ਜੀਵ ਪ੍ਰਭੂ ਹਰੀ ਵਾਹਿਗੁਰੂ ਦੇ ਸਰੂਪ ਤੋਂ ਪੈਦਾ ਹੋਏ ਹਨ ਅਤੇ ਫਿਰ ਉਸ ਹਰੀ ਵਾਹਿਗੁਰੂ ਵਿੱਚ ਹੀ ਸਮਾ ਜਾਂਦੇ ਹਨ। ਜੈਸਾ ਕਿ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ, ਕਿ ਜਿਵੇਂ ਜਲ ਦੇ ਵਿੱਚੋਂ ਬਿੰਬ ਹੁੰਦਾ, ਲਹਿਰਾਂ ਉੱਠਦੀਆਂ ਹਨ ਤੇ ਜਲ ਮਾਹੇ ਸਮਾਈਆਂ, ਕਿ ਜਲ ਦੇ ਵਿੱਚ ਹੀ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਉਸ ਪਰਮੇਸ਼ਰ ਦੇ ਵਿੱਚੋਂ ਇਹ ਜੀਵ ਪੈਦਾ ਹੁੰਦੇ ਹਨ ਤੇ ਉਸੇ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦੇ ਹਨ। ਤਾਂ ਕਾ ਅੰਤ ਨਾ ਜਾਣੈ ਕੋਇ, ਉਸ ਵਾਹਿਗੁਰੂ ਦਾ ਕੋਈ ਵੀ ਅੰਤ ਨਹੀਂ ਜਾਣ ਸਕਦਾ। ਆਪੇ ਆਪ ਨਾਨਕ ਪ੍ਰਭ